सत श्री अकाल जी, तुसीं देख रहे हो जगबानी टीवी। मैं हाँ तुहाडे नाल वरुण भट्ट। 1878 ਦੇ ਵਿੱਚ ਜਦੋਂ ਅੰਗਰੇਜ਼ ਭਾਰਤ ਦੇ ਵਿੱਚ ਆਏ ਤਾਂ ਪੰਜਾਬ ਦੇ ਵਿੱਚ ਉਹਨਾਂ ਨੇ ਆਰਮਜ਼ ਐਕਟ ਜਿਹੜਾ ਹੈਗਾ ਉਸ ਨੂੰ ਰੈਗੂਲਰ ਕੀਤਾ, ਕਿਉਂਕਿ ਉਸ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਹਰ ਕੋਈ ਹਥਿਆਰ ਲੈ ਕੇ ਘੁੰਮਦਾ ਸੀ ਤਾਂ ਅੰਗਰੇਜ਼ ਹਕੂਮਤ ਨੂੰ ਡਰ ਸੀ ਵੀ ਕਿਸੇ ਵੀ ਤਰੀਕੇ ਨਾਲ ਉਹਨਾਂ ਦੇ ਲੋਕਾਂ ਨੂੰ ਹਥਿਆਰਾਂ ਦੇ ਨਾਲ ਕਤਲ ਕੀਤਾ ਜਾ ਸਕਦਾ ਹੈ। ਤਾਂ ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਜਿਹੜਾ ਹੈਗਾ ਆਰਮਜ਼ ਐਕਟ ਦੇ ਵਿੱਚ ਤਬਦੀਲੀ ਹੋਈ ਤਾਂ ਉਸ ਤੋਂ ਬਾਅਦ ਅਮੈਂਡਮੈਂਟ ਜਿਹੜੀਆਂ ਹੈਗੀਆਂ ਲਗਾਤਾਰ ਹੁੰਦੀਆਂ ਰਹੀਆਂ। ਤਾਂ ਹੁਣ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਗਨ ਕਲਚਰ ਨੂੰ ਖਤਮ ਕਰਨ ਦੇ ਲਈ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ। ਡੀਜੀਪੀ ਪੰਜਾਬ ਵੱਲੋਂ 72 ਘੰਟਿਆਂ ਦਾ ਸਮਾਂ ਲੋਕਾਂ ਨੂੰ ਦਿੱਤਾ ਗਿਆ, ਜਿਨ੍ਹਾਂ ਵੱਲੋਂ ਸੋਸ਼ਲ ਮੀਡੀਆ ਵੱਖ-ਵੱਖ ਪਲੇਟਫਾਰਮ ਦੇ ਉੱਪਰ ਕਿਸੇ ਵੀ ਤਰੀਕੇ ਦੀ ਜੇਕਰ ਬੰਦੂਕਾਂ ਨੂੰ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੀ ਕੋਈ ਸਮੱਗਰੀ ਪਾਈ ਹੋਈ ਹੈ ਤਾਂ ਉਸ ਨੂੰ ਹਟਾਉਣ ਦੀ ਅਪੀਲ ਕੀਤੀ ਗਈ ਹੈ, ਨਹੀਂ ਤਾਂ ਪਰਚੇ ਦਰਜ ਕਰਨ ਦੀ ਵੀ ਗੱਲ ਕਹੀ ਗਈ ਹੈ। ਤਾਂ ਪੰਜਾਬ ਦੇ ਵਿੱਚ ਗਨ ਕਲਚਰ ਕਿਸ ਤਰੀਕੇ ਨਾਲ ਫੈਲਿਆ, ਇਸ ਨੂੰ ਕਿਸ ਤਰੀਕੇ ਨਾਲ ਠੱਲ ਪਾਈ ਜਾ ਸਕਦੀ ਹੈ, ਸਾਡੇ ਨਾਲ ਜਗਬਾਣੀ ਦੇ ਸਟੂਡੀਓ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਰਵਿੰਦਰ ਢੱਲ ਜੀ ਤੇ ਪੰਜਾਬੀ ਨੂੰ ਲੈ ਕੇ ਤੇ ਭਾਸ਼ਾ, ਚਾਹੇ ਪੰਜਾਬੀ ਭਾਸ਼ਾ ਜਾਂ ਫਿਰ ਵਲਗਰ ਗਾਣੇ ਹੋਣ ਜਾਂ ਫਿਰ ਕਿਸੇ ਵੀ ਤਰੀਕੇ ਦੇ ਗਨ ਕਲਚਰ ਦੇ ਖਿਲਾਫ ਜੋ ਗਾਣੇ ਹੈਗੇ ਨੇ ਉਸ ਨੂੰ ਲੈ ਕੇ ਲਗਾਤਾਰ ਸਮਾਜ ਸੇਵੀ ਤੇ ਅਸਿਸਟੈਂਟ ਪ੍ਰੋਫੈਸਰ ਪੰਡਿਤ ਧਰੇਨਵਰ ਰਾਓ ਵੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਟਾਰਟਿੰਗ ਪੰਡਿਤ ਧਰੇਨਵਰ ਰਾਓ ਹੋਣਾ ਤਾਂ ਕਰਾਂਗੇ। ਜਿਸ ਤਰੀਕੇ ਨਾਲ 2016 ਦੇ ਵਿੱਚ ਇੱਕ ਬਠਿੰਡੇ ਦੇ ਮੋੜ ਮੰਡੀ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ 3 ਮਹੀਨੇ ਦੀ ਪ੍ਰੈਗਨੈਂਟ ਇੱਕ ਡਾਂਸਰ ਨੂੰ ਜਦੋਂ ਗੋਲੀ ਵੱਜਦੀ ਹੈ ਤਾਂ ਉਸ ਤੋਂ ਬਾਅਦ ਪੰਡਿਤ ਧਰੇਨਵਰ ਰਾਓ ਕੋਰਟ ਵਿੱਚ ਪਹੁੰਚ ਜਾਂਦੇ ਨੇ ਤਾਂ ਉਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ। ਪੰਡਿਤ ਜੀ, ਪਹਿਲਾ ਸਵਾਲ ਤੁਹਾਨੂੰ ਕਿ ਹੁਣ ਡੀਜੀਪੀ ਪੰਜਾਬ ਗੌਰਵ ਯਾਦਵ ਹੋਣਾ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ 72 ਘੰਟਿਆਂ ਦੇ ਅੰਦਰ ਅੰਦਰ ਜਿੰਨੀ ਵੀ ਸਮੱਗਰੀ ਹੈਗੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾ ਲਈ ਜਾਵੇ। ਇਹ ਵੀ ਉਦੋਂ ਹੋਇਆ ਜਦੋਂ ਇੱਕ 10 ਸਾਲ ਦੇ ਬੱਚੇ ਦੇ ਉੱਪਰ ਤੇ ਉਸਦੇ ਪਿਤਾ ਦੇ ਉੱਪਰ ਪਰਚਾ ਦਰਜ ਹੋਇਆ ਹੈਗਾ ਕਿ ਉਹ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਹੈਗੇ ਨੇ। ਕਿਵੇਂ ਦੇਖਦੇ ਹੋ ਇਹ ਜਿਹੜਾ ਸਟੈਪ ਹੈਗਾ, ਜਦੋਂ ਤੁਸੀਂ ਕੋਰਟ ਦੇ ਵਿੱਚ ਪਹੁੰਚੇ ਸੀਗੇ ਤਾਂ ਉਹ ਮੈਟਰ ਵੀ ਹੁਣ ਕਿੱਥੇ ਹੈਗਾ, ਕਿਵੇਂ ਦੇਖਦੇ ਹੋ? ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸ ਮੁੱਦੇ ਤੇ ਗੱਲ ਕਰਨ ਲਈ ਮੈਨੂੰ ਸੱਦਾ ਦਿੱਤੀ ਹੈ ਤੇ ਮੈਂ ਸ਼ੁਕਰਗੁਜ਼ਾਰ ਹਾਂ ਮਾਨਯੋਗ ਡੀਜੀਪੀ ਪੰਜਾਬ ਗੌਰਵ ਜੀ ਦਾ, ਜਿਨ੍ਹਾਂ ਨੇ ਬਹੁਤ ਪ੍ਰਯਾਸ ਕਰ ਰਹੇ ਨੇ ਇਹੋ ਜਿਹਾ ਬੰਦੂਕਬਾਜ਼ੀ ਨੂੰ ਖਤਮ ਕਰਨ ਲਈ। 72 ਘੰਟੇ ਦੀ ਸਮਾਂ ਦਿੱਤੇ ਨੇ, ਉਹਦੇ ਤਹਿਤ ਸਾਰੇ ਨੂੰ YouTube ਤੋਂ, Facebook, Instagram ਤੋਂ ਬੰਦੂਕਬਾਜ਼ੀ ਨੂੰ ਉਤਸ਼ਾਹਿਤ ਕਰਨ ਵਾਲੇ ਨੂੰ ਹਟਾਉਣ ਦੀ ਲੋੜ ਹੈ, ਨਹੀਂ ਤਾਂ ਕਾਰਵਾਈ ਹੋਏਗੀ। ਮੈਂ ਇਸ ਦਾ ਸਵਾਗਤ ਕਰਦਾ ਹੈ। ਇਹ ਬਹੁਤ ਕਮਾਲ ਦਾ ਹੈ। ਇਹ ਇੱਕ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਭਾਸ਼ਾ ਨੂੰ ਸ਼ੁੱਧੀਕਰਨ ਕਰਨ ਦੀ ਇੱਕ ਪ੍ਰਯਾਸ ਹੈ ਮੇਰੇ ਨਜ਼ਰ ਦੇ ਵਿੱਚ। ਤੁਹਾਡੀ ਸਵਾਲ ਦੀ ਜਵਾਬ ਮੈਂ ਦੇਵਾਂ ਮਹਾਰਾਜ ਵਰੁਣ ਸਾਹਿਬ, ਤੁਸੀਂ ਖੁਦ ਇੱਕ ਮਸ਼ਹੂਰ ਪੱਤਰਕਾਰ, ਪੂਰਾ ਕੋਰਟ ਦੇ ਵਿੱਚ ਕੇਸ ਵੀ ਤੁਸੀਂ ਫਾਲੋ ਕੀਤੀ ਹੈ, ਬਹੁਤ ਸਾਰੇ ਕੇਸਿਸ 2016 ਦੇ ਵਿੱਚ ਫਾਈਲ ਕਰਨ ਤੋਂ ਬਾਅਦ ਲਗਾਤਾਰ 3 ਸਾਲ ਤੱਕ ਸੁਣਵਾਈ ਚਲੀ। 18 ਤੋਂ ਵੱਧ ਸੁਣਵਾਈ ਹੋਏ। ਆਖਿਰ 2019 ਦੇ ਵਿੱਚ 22/7/2019 ਨੂੰ ਇਤਿਹਾਸਿਕ ਸੁਣਵਾਈ ਫੈਸਲਾ ਦਿੰਦੇ ਹੋਏ ਮਾਨਯੋਗ ਹਾਈਕੋਰਟ ਨੇ ਕਿਹਾ ਕਿ ਸ਼ਰਾਬੀ, ਹਥਿਆਰੀ, ਡਰੱਗਸ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਕਿੱਥੇ ਵੀ ਨਹੀਂ ਚੱਲਣਗੇ, ਕਿਉਂਕਿ ਅਜਿਹੇ ਗਾਣੇ ਸਾਡੇ ਬੱਚੇ ਤੇ ਬੁਰਾ ਅਸਰ ਕਰਦੇ ਨੇ ਤੇ ਗੈਂਗਸਟਰ ਕਲਚਰ ਨੂੰ ਪ੍ਰਮੋਟ ਕਰਦੇ ਨੇ। ਇਸ ਤੋਂ ਬਾਵਜੂਦ ਲੋਕ ਗਾ ਰਹੇ ਨੇ, ਇਸ ਲਈ ਮੈंने ਕੰਟੈਂਪਟ ਆਫ ਕੋਰਟ ਵੀ ਪਾਇਆ, ਜਿਸ ਦੀ ਸੁਣਵਾਈ 18 ਜਨਵਰੀ 2023 ਨੂੰ ਨਿਸ਼ਚਿਤ ਕੀਤਾ ਗਿਆ। ਨੌ ਸਵਾਲ ਇਹ ਹੈ ਮਹਾਰਾਜ, ਮਾਨਯੋਗ ਹਾਈਕੋਰਟ ਕਹਿਣ ਤੋਂ ਬਾਅਦ ਵੀ ਜੇਕਰ ਕੋਈ ਗਾਉਂਦਾ ਹੈ ਇਹੋ ਜਿਹਾ ਗਾਣਾ YouTube ਤੇ ਸੋਸ਼ਲਬਾਜ਼ੀ ਕਰਦੇ, ਕਿਤੇ ਨਾ ਕਿਤੇ ਗੈਰ ਕਾਨੂੰਨੀ ਹੈ। ਇਸ 'ਤੇ ਨੱਥ ਪਾਉਣ ਦੀ ਲੋੜ ਹੈ। ਇਸ ਦੇ ਤਹਿਤ ਮਾਨਯੋਗ ਮੁੱਖ ਮੰਤਰੀ ਮਾਨਯੋਗ DGP ਸਾਹਿਬ ਵੱਲੋਂ ਕਰ ਰਹੇ ਕਾਰਵਾਈ ਨੂੰ ਮੈਂ ਸਵਾਗਤ ਕਰਦਾ ਹਾਂ। ਰਵਿੰਦਰ ਜੀ, ਕਿਵੇਂ ਦੇਖਦੇ ਹੋ ਜਿਵੇਂ ਪ੍ਰੋਫੈਸਰ ਸਾਹਿਬ ਹੋਣਾ ਵੱਲੋਂ ਕੰਟੈਂਪਟ ਜਿਹੜੀ ਹੈਗੀ ਉਹ ਪਾਈ ਗਈ ਹੈਗੀ ਕੋਰਟ ਦੇ ਵਿੱਚ, ਡਿਸੀਜ਼ਨ ਵੀ ਆ ਰਹੇ ਨੇ, ਜਾਂ ਹੁਣ ਇਹ ਜਿਹੜਾ ਸਟੈਪ ਲਿਆ ਗਿਆ ਹੈਗਾ 72 ਘੰਟੇ ਦੀ ਅਪੀਲ ਕੀਤੀ ਗਈ ਹੈਗੀ ਹੈ, ਵੱਖ-ਵੱਖ ਸਵਾਲ ਵੀ ਹੈਗੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਕਿ ਲਾਇਸੈਂਸ ਲਿਆ ਹੋਇਆ ਹਥਿਆਰ ਦਾ ਤਾਂ ਆਪਣੀ ਸੁਰੱਖਿਆ ਨੂੰ ਲੈ ਕੇ। ਹਾਲਾਂਕਿ ਇਸ ਮਾਮਲੇ ਤੇ ਸਿਆਸਤ ਵੀ ਹੋ ਰਹੀ ਹੈਗੀ ਹੈ,
ਪਰ ਕਿਵੇਂ ਦੇਖਦੇ ਹੋ ਲੋਕਾਂ ਨੂੰ ਕਿਹੜੀ ਚੀਜ਼ ਸਮਝਣ ਦੀ ਲੋੜ ਹੈ ਕਿ ਜੇਕਰ ਤੁਹਾਡੀ ਸੁਰੱਖਿਆ ਲਈ ਹੈਗਾ ਤਾਂ ਉਹ ਅਸਲਾ ਸੁਰੱਖਿਆ ਲਈ ਹੀ ਵਰਤਿਆ ਜਾਵੇ, ਨਾ ਕਿ ਫੁਕਰੇਬਾਜ਼ੀ ਲਈ ਜਾਂ ਫਾਇਰ ਕੱਢੇ ਜਾਂਦੇ ਨੇ ਸੋਸ਼ਲ ਮੀਡੀਆ ਤੇ ਆਪਾਂ ਦੇਖ ਰਹੇ ਹਾਂ। बिल्कुल, देखिए वरुण जी, बिल्कुल जायज़ है। जो मैं पढ़ रहा था आज, गौरव जी का जो एक स्टेटमेंट आया है कि भई आप इनको 3 दिन के अंदर सोशल मीडिया से हटा लो। तो अगर हम बात करते हैं सोशल मीडिया की, तो सोशल मीडिया पे कोई मतलब ही नहीं है इनका होने का। आर्म्स एक्ट का जो बेसिक प्रिंसिपल है हमारा 1959 में जो इस देश के अंदर इंडिपेंडेंस के बाद में आया, तो उसका बड़ा बेसिक प्रिंसिपल ये है कि प्राइवेट जो पब्लिक है, आम लोगों को लाइसेंस की ज़रूरत होती है और वो केवल और केवल खुद की सुरक्षा के लिए उसका इस्तेमाल कर सकते हैं। पहले तो 3 हथियार तक भी अलाउ रहते थे, अब तो उसको घटा करके 1 हथियार कर दिया गया है 2019 में जो आपके अमेंडमेंट आया था। तो केवल और केवल आप अपनी सुरक्षा के लिए उसका इस्तेमाल कर सकते हो, उसके अलावा किसी चीज़ के लिए नहीं। यानी कि जो ये पब्लिक फ्लॉन्टिंग है, जो हम करते हैं कि भई ज़्यादातर देखा जाए तो हमारे हरियाणा के अंदर भी जो एनसीआर की जो बेल्ट है, उस बेल्ट के अंदर बड़ा पॉपुलर कल्चर है। पंजाब के अंदर भी हवाई फायर करना, शादियों के अंदर, बारातों के अंदर सब इल्लीगल है। नहीं कर सकते आप, उसका इस्तेमाल नहीं करना चाहिए। और जहाँ-जहाँ भी ऐसा इस्तेमाल होता है, कई जगह पर प्रशासन, लोकल प्रशासन बड़ा चुस्त होता है, वो उसके ऊपर कार्रवाई भी करता है। मैंने तो ऐसे दिन भी देखे हैं जब शादियों के अंदर डेथ भी हमने देखी है। बड़ी कॉमन है कि भाई आपने हवा में फायर किया, अगर अनकंट्रोल्ड फायर हुआ तो उससे डेथ होगी। तो ये सब कुछ गलत है। तो इसको रोकने का एक प्रयास है, मैं कहता हूँ बहुत अच्छा प्रयास है, एक स्वागत योग्य कदम है और इसको फॉलो करना चाहिए दूसरे स्टेट्स को भी। ਲੇਕਿਨ ਸਵਾਲ ਇਹ ਵੀ ਹੈ ਕਿ ਜਿਵੇਂ ਗਾਣਿਆਂ ਦੇ ਥਰੂ ਜਾਂ ਵੱਖ-ਵੱਖ ਤਰੀਕਿਆਂ ਨਾਲ ਪ੍ਰਮੋਟ ਹੋ ਰਹੀ ਹੈਗੀ ਇਹ ਚੀਜ਼, ਇਸ ਦੇ ਉੱਪਰ ਆਖਿਰ ਕੰਟਰੋਲ ਕਿਵੇਂ ਲੱਗੇਗਾ? ਬਹੁਤ ਸਾਰੀਆਂ ਮਿਊਜ਼ਿਕ ਕੰਪਨੀਆਂ ਵੀ ਹੈਗੀਆਂ, ਹਾਲਾਂਕਿ ਪਰਚਾ ਵੀ ਦਰਜ ਕੀਤਾ ਗਿਆ ਇੱਕ ਹਾਲ ਹੀ ਦੇ ਵਿੱਚ ਸਿੰਗਰ ਦੇ ਉੱਤੇ, ਪ੍ਰੋਡਿਊਸਰ ਦੇ ਉੱਪਰ, ਕਿ ਉਹ ਬੰਦੂਕਾਂ ਨੂੰ ਪ੍ਰਮੋਟ ਕਰ ਰਹੇ ਸੀਗੇ। बिल्कुल, गैंगस्टर कल्चर को प्रमोट करने वाले बहुत गाने पंजाब के अंदर जो है हम सुनने में आए हैं। हरियाणा के अंदर भी आजकल इस तरह के गाने बन वर्ल्ड रहे वाइड थे। ही तो यस, देखने मिल रहा बस हम अपनी अपनी लैंग्वेजेस की हम बात है। करें तो पंजाब के अंदर पंजाबी भाषा में जो पहले होता था, आज हरियाणवी में आज 20 साल के बाद हो रहा है। बस ये फर्क है हमारे यहाँ पे, आपके पंजाब के अंदर। तो पंजाब के अंदर जो गन कल्चर है, मेरे हिसाब से 2000 की शुरुआत में गानों के अंदर इंट्रोड्यूस हुआ था, 98-97 के आसपास। उससे पहले ज़्यादा इस तरह की चीज़ें, फुकरेबाजी वाले जो ये गाने आते थे, दो नाली, राइफल दिखाना और इस तरह की चीज़ें जो हैं, ये इंट्रोड्यूस्ड हैं 2000 की शुरुआत में, मैं मानता हूँ। उसके बाद तो लगातार जो है, आप कहते हैं कि कल्चरल डिग्रेडेशन बन मानूंगा गया। इसको कल्चरल डिग्रेडेशन मानूंगा कि भाई कल्चरल, जिसको अपलिफ्टमेंट के अंदर कोई अच्छी चीज, अच्छी सोशल कॉज के ऊपर जो बातें होनी चाहिए थी, वहां पर आप बात कर रहे हैं नशे की, हम बात कर रहे हैं रिवॉल्वर की, राइफलों की, देसी कट्टे की, तो कोई मतलब उसका है नहीं। तो बहुत गलत एक ट्रेंड था। मैं कहता हूँ इसको हालांकि आर्ट है, म्यूजिक इज ए आर्ट, उसको आर्ट को एक लेवल तक आप उसको रोक सकते हैं। बहुत इसके अंदर एक अनलिमिटेड इसके अंदर राइट नहीं होता है, या कि सरकार के पास भी राइट नहीं है कि भी आप किसी व्यक्ति को अपनी एक्सप्रेशन से, राइट टू एक्सप्रेशन है आर्टिकल 19 में, इट इज राइट। हर व्यक्ति के पास में अधिकार है बोलने का, कुछ भी लिखने का, कहने का। तो उसको कंट्रोल करना भी अपने आप में बहुत बड़ा चैलेंज है। तो अब उसके अंदर किस तरह की रिस्ट्रिक्शंस आप लगा सकते हैं? रिस्ट्रिक्शंस आप यही लगा सकते हैं कि भी, क्योंकि कोई भी चीज जो है कल्चरल डिग्रेडेशन लेकर के आती है, एक यूथ के अंदर एक ऐसी भावना लेकर के आती है कि भी इसको रखने से आपका स्टेटस बन रहा है। जैसा कि एक दिखाया जाता है गानों के अंदर कि भी अगर आपने दोनाली रखी है, आपने रिवॉल्वर रखी है, पिस्टल रखी है, तो आपका स्टेटस बन रहा है। तो ये स्टेटस कैरी करने के लिए जो ये चीजें होती है, ये पूरी तरह से गलत है। यानी कि आप देखिए कि सिक्योरिटी भी, पंजाब तो एक बड़े भयावह आतंकवाद के दौर से भी गुजरा है। वहां पर भी बड़े मतलब इस तरह की चीजें हुई हैं, हमको मैंने कहा कहने की जरूरत नहीं है। तो ऐसे समय से जब गुजरा हो और वहां पे गैंगस्टर कल्चर को बढ़ावा देने के लिए इस तरह की चीजें लगातार फ्लॉन्ट की जा रही हो पब्लिक में, तो मेरे हिसाब से आम जनता की सुरक्षा के लिए भी खतरा है और हमारे समाज के लिए भी खतरा है। ਪ੍ਰੋਫੈਸਰ ਸਾਹਿਬ, ਤੁਸੀਂ ਸੋਸ਼ੀਓਲੋਜੀ ਦੇ ਪ੍ਰੋਫੈਸਰ ਹੋ, ਹਾਲਾਂਕਿ ਜਿਸ ਤਰੀਕੇ ਨਾਲ ਤੁਸੀਂ ਪੰਜਾਬੀ ਭਾਸ਼ਾ ਸਿੱਖੀ, ਤੁਹਾਨੂੰ ਸਟਾਰਟਿੰਗ 'ਚ ਕਾਲਜ 'ਚ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ, ਕਮਿਊਨੀਕੇਟ ਕਰਨ 'ਚ ਪ੍ਰੋਬਲਮ ਆਉਂਦੀ ਸੀਗੀ। ਚਲੋ ਉਹ ਇੱਕ ਪੰਜਾਬੀ ਭਾਸ਼ਾ ਵਾਲਾ ਵੱਖਰਾ ਇਸ਼ੂ ਹੈਗਾ, ਲੇਕਿਨ ਆਪਾਂ ਗਨ ਕਲਚਰ ਦੀ ਗੱਲ ਕਰਾਂਗੇ ਕਿ ਪੰਜਾਬ ਦੀ ਜਿਹੜੀ ਗਾਥਾਵਾਂ ਨੇ, ਵੀਰ ਰਸ ਹੋਵੇ ਜਾਂ ਹੋਰ, ਜਿਵੇਂ ਰਵਿੰਦਰ ਜੀ ਹੁਣਾਂ ਨੇ ਕਿਹਾ ਕਿ ਰਾਈਟ ਟੂ ਐਕਸਪ੍ਰੈਸ਼ਨ ਹੈਗਾ, ਕਿ ਕਿੰਨਾ ਕੁ ਕੰਟਰੋਲ ਜਿਹੜੀ ਹੈਗੀ ਸਰਕਾਰ ਵੀ ਕਰ ਸਕਦੀ, ਲੇਕਿਨ ਆਪਣੀ ਸੋਸ਼ਲ ਰਿਸਪੌਂਸਿਬਿਲਿਟੀ ਵੀ ਹੈਗੀ ਆ। ਜਿਹੜੇ ਮਿਊਜ਼ਿਕ ਕੰਪਨੀਆਂ ਜਾਂ ਕਿਸੇ ਵੀ ਤਰੀਕੇ ਦਾ ਆਰਟ ਨੂੰ ਲੈ ਕੇ ਅਦਾਰੇ ਹੈਗੇ ਨੇ,
ਵੱਡੇ ਵੱਡੇ ਬਿਜ਼ਨਸਮੈਨ ਹੈਗੇ ਨੇ, ਉਹਨਾਂ ਨੂੰ ਵੀ ਕੋਈ ਆਪਣੀ ਸੋਸ਼ਲ ਰਿਸਪੌਂਸਿਬਿਲਿਟੀ ਦਿਖਾਣੀ ਚਾਹੀਦੀ ਹੈ? ਕਿਸ ਤਰੀਕੇ ਦੇ ਉਹਨਾਂ ਨੂੰ ਕੰਮ ਕਰਨੇ ਚਾਹੀਦੇ ਨੇ? ਬਿਲਕੁਲ ਸੋਸ਼ਲ ਰਿਸਪੌਂਸਿਬਿਲਟੀ ਦਿਖਾਉਣ ਦੀ ਵਕਤ ਹੈ। ਇਹਨਾਂ ਨੂੰ ਬਾਹਰ ਆ ਕੇ ਆਪਣੀ ਜ਼ਿੰਮੇਵਾਰੀ ਦਿਖਾਉਣ ਦੀ ਲੋੜ ਹੈ। ਲੋਕਾਂ ਤੱਕ ਪਹੁੰਚ ਕੇ ਮਾਫੀ ਮੰਗਣ ਦੀ ਲੋੜ ਹੈ। ਇਹਨਾਂ ਲੋਕਾਂ ਨੇ ਪਵਿੱਤਰ ਪੰਜਾਬੀ ਭਾਸ਼ਾ ਨੂੰ ਕਲੰਕਿਤ ਕਰ ਦਿੱਤੇ ਨੇ। ਇਹ ਪਾਪ ਕਰ ਦਿੱਤੇ ਨੇ ਇਹਨਾਂ ਨੇ। ਮੈਂ ਸਪਸ਼ਟ ਸ਼ਬਦਾਂ ਵਿੱਚ ਕਹਾਂ, ਕਿਉਂਕਿ ਪੰਜਾਬੀ ਭਾਸ਼ਾ ਬਹੁਤ ਕਮਾਲ ਦੀ ਭਾਸ਼ਾ ਹੈ, ਰੂਹਾਨੀਅਤ ਭਰੀ ਭਾਸ਼ਾ ਹੈ। ਇਸ ਪਵਿੱਤਰ ਭਾਸ਼ਾ ਦੇ ਵਿੱਚ ਲੱਚਰ ਸ਼ਰਾਬੀ ਹਥਿਆਰੀ ਗਾਣੇ ਗਾਉਣ ਵਾਲੇ ਗਾਇਕ ਨਹੀਂ ਹੋ ਸਕਦੇ। ਇਹ ਕਤਲਕਾਰ ਨੇ, ਕਲਾਕਾਰ ਦੀ, ਇਹ ਸਾਡੇ ਸੱਭਿਆਚਾਰ ਦੀ, ਸਾਡੇ ਕਲਾ ਦੀ ਕਤਲਕਾਰ ਨੇ। ਇਹਨਾਂ ਲੋਕਾਂ ਨੂੰ ਸਮਾਜਿਕ ਜ਼ਿੰਮੇਵਾਰੀ ਦਿਖਾਉਂਦੇ ਹੋਏ ਇਹ ਆਪਣੇ ਗਾਣੇ ਜਿੰਨੇ ਵੀ YouTube ਤੇ ਬੈਠੇ ਪਏ ਨੇ ਉਹ ਸਾਰੇ ਹਟਾਉਣ ਦੀ ਲੋੜ ਹੈ। ਭਾਵੇਂ ਉਹ ਗਾਣਾ ਹੋਵੇ ਜੱਟ ਉੱਥੇ ਫਾਇਰ ਕਰਦਾ ਜਿੱਥੇ ਪਾਬੰਦੀ ਹਥਿਆਰਾਂ ਦੀ। ਵਕੀਲ ਸਾਹਿਬ ਬੈਠੇ ਨੇ, ਇਹ ਗੈਰ ਕਾਨੂੰਨੀ ਹੈ, ਕਾਨੂੰਨ ਦੀ ਉਲੰਘਣਾ ਹੈ। ਤੁਸੀਂ ਸਿਸਟਮ ਨੂੰ ਚੈਲੰਜ ਕਰਦੇ ਪਏ ਹੋ ਗਾਣੇ ਦੇ ਵਿੱਚ। ਇਹ ਗਾਣਾ ਹਟਾਉਣ ਦੀ ਲੋੜ ਹੈ। ਜਿਹੜੀ ਵੀ ਉਹ ਗਾਣਾ ਗਾਇਆ ਹੈ, ਜੇ ਉਹ ਸਮਝਦਾ ਹੈ ਆਪਣੇ ਆਪ ਨੂੰ ਸਮਾਜਿਕ ਜ਼ਿੰਮੇਵਾਰੀ, ਉਹ ਹਟਾਉਣਗੇ। ਨਹੀਂ ਹਟਾਉਣਗੇ, ਗੌਰਵ ਯਾਦਵ ਜੀ ਬੈਠੇ ਨੇ, ਕਾਰਵਾਈ ਕਰਨਗੇ। 18 ਟੱਪ ਗਿਆ, ਮੁੰਡਾ ਬਦਨਾਮ ਹੋ ਗਿਆ ਜਿਹੜੇ ਗਾਣਾ ਗਾਇਆ, ਜਿਹਨੂੰ ਸੁਣ ਕੇ ਯਮੁਨਾ ਨਗਰ ਦੇ ਵਿੱਚ ਪ੍ਰਿੰਸੀਪਲ ਨੂੰ ਸਟੂਡੈਂਟ 12ਵੀਂ ਕਲਾਸ ਦੇ ਬੱਚੇ ਸਟੂਡੈਂਟ ਨੇ ਗੋਲੀ ਮਾਰਾ। ਉਹਨਾਂ ਦੇ ਪ੍ਰਿੰਸੀਪਲ ਦੀ ਮੌਤ ਹੋਇਆ 2020 ਦੇ ਵਿੱਚ। ਕੌਣ ਜ਼ਿੰਮੇਦਾਰ ਨੇ? ਇਹੋ ਜਿਹਾ ਗਾਣਾ ਉਹ ਇਹਨਾਂ ਨੂੰ ਜ਼ਿੰਮੇਵਾਰੀ ਦਿਖਾਉਂਦੇ ਹੋਏ ਕੱਢਣ ਦੀ ਲੋੜ ਹੈ। ਇਸ ਤੋਂ ਇਲਾਵਾ ਮਹਾਰਾਜ ਬਹੁਤ ਸਾਰੇ ਗਾਣਾ ਪਏ ਨੇ, ਇਹ ਗਾਣਾ ਹਟਾਉਣ ਦੀ ਲੋੜ ਹੈ। ਜੇਕਰ ਨਹੀਂ ਹਟਾਉਣਗੇ, ਮੈਨੂੰ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਬਹੁਤ ਸਖਤੀ ਕਾਰਵਾਈ ਕਰੇਗੀ। ਨਾ ਸਿਰਫ ਪੰਜਾਬ, हरियाणा भी मेरे भाई दोनों भरा ने वो। ये वकील साहब सही कहा कि हरियाणा ਦੇ ਵਿੱਚ ਵੀ ਇਹ ਗਨ ਕਲਚਰ ਪ੍ਰੋਮੋਟ ਹੋ ਰਿਹਾ ਹੈ। ਮੈਨੂੰ ਲੱਗਦਾ ਹੈ ਰਲ ਮਿਲ ਕੇ ਕੰਮ ਕਰਨਗੇ। ਸਮਾਜਿਕ ਜ਼ਿੰਮੇਵਾਰੀ ਦਿਖਾਉਣ ਦੀ ਲੋੜ ਹੈ। ਜੇ ਨਹੀਂ ਦਿਖਾਉਣਗੇ, ਕਾਰਵਾਈ ਸਖਤ ਹੈ। ਰਵਿੰਦਰ ਜੀ, ਕਿਵੇਂ ਦੇਖਦੇ ਹੋ, ਜਿਵੇਂ ਪ੍ਰੋਫੈਸਰ ਸਾਹਿਬ ਵੀ ਕਹਿ ਰਹੇ ਨੇ ਕਿ ਆਪਾਂ ਵੀ ਗੱਲ ਕਰ ਰਹੇ ਹਾਂ ਕਿ ਸੋਸ਼ਲ ਰਿਸਪੌਂਸਿਬਿਲਿਟੀ ਦਿਖਾਉਣ ਦੀ ਜ਼ਰੂਰਤ ਹੈਗੀ ਹੈ ਜਿਨ੍ਹਾਂ ਦੇ ਇਹ ਬਿਜ਼ਨਸ ਹੈਗੇ ਨੇ। ਕਿਵੇਂ ਦੇਖਦੇ ਹੋ ਕਿ ਕੋਈ ਨਾ ਕੋਈ ਜਿਵੇਂ ਐਕਟ ਜਾਂ ਕੋਈ ਨਾ ਕੋਈ ਬਣ ਸਕਦਾ ਹੈ? ਹਾਲਾਂਕਿ ਸਿੰਗਰ ਨੇ ਗਾਣਾ ਗਾ ਦਿੱਤਾ, ਉਸ ਨੂੰ ਲਿਖ ਕੇ ਕਿੰਨੇ ਦਿੱਤਾ? ਇੱਕ ਰਾਈਟਰ ਨੇ। ਕਿ ਉਹ ਰਾਈਟਰਾਂ ਨੂੰ ਵੀ, ਹਾਲਾਂਕਿ ਬਹੁਤ ਵੱਡੇ ਵੱਡੇ ਰਾਈਟਰ ਹੋਏ ਨੇ ਇਸ ਤੋਂ ਪਹਿਲਾਂ, ਜੇਕਰ ਅਸੀਂ ਗਾਣੇ ਸੁਣ ਲਈਏ ਹਰ ਇੱਕ ਕਿਸਮ ਦਾ, ਜਿਵੇਂ ਮੈਂ ਆਪਣੇ ਪਹਿਲਾਂ ਕਿਹਾ ਕਿ ਪੰਜਾਬ, ਜਾਂ ਅਸੀਂ ਆਪਣੀ ਵੀਰ ਗਾਥਾਵਾਂ ਦੇਖ ਲਈਏ, ਵੀਰ ਰਸ ਜਾਂ ਹੋਰ, ਮਤਲਬ ਸਾਡਾ ਜਿਹੜਾ ਕਲਚਰ ਹੈਗਾ ਬਹੁਤ ਰਿਚ ਹੈਗਾ, ਹੈ ਨਾ। ਅਤੇ ਇਹ ਚੀਜ਼ਾਂ ਕੀ ਇਹ ਕੰਟਰੋਲ ਹੋ ਸਕਦੀਆਂ ਨੇ? ਜਿਵੇਂ ਤੁਸੀਂ ਕਹਿ ਰਹੇ ਹੋ ਕਿ ਫਿਰ ਜਿਹੜੀਆਂ ਕੰਪਨੀਆਂ ਹੈਗੀਆਂ ਨੇ, ਇਹ ਜਿਹੜੇ ਗਾਣੇ ਬਣਾ ਰਹੀਆਂ ਨੇ, ਮਿਊਜ਼ਿਕ ਨੂੰ ਉਹ ਕਰ ਰਹੀਆਂ ਹੈਗੀਆਂ, ਉਹਨਾਂ ਕੋਲੇ ਆਪਣਾ ਰਾਈਟ ਟੂ ਐਕਸਪ੍ਰੈਸ਼ਨ, ਉਹ ਵੀ ਕੋਰਟ ਦੇ ਵਿੱਚ ਜਾਣਗੇ ਕਿ ਸਾਡਾ ਰਾਈਟ ਜਿਹੜਾ ਹੈਗਾ ਉਹ ਸਾਡੇ ਤੋਂ ਛੀਨਿਆ ਜਾ ਰਿਹਾ। देखिए, मैं यही तो कह रहा हूँ, यहाँ जो कन्फ्लिक्ट, जो बेसिक कन्फ्लिक्ट है हमारा, फ्रीडम ऑफ एक्सप्रेशन का है। जब हमको बोलने का अधिकार है तो उसको कोई रोकने वाला नहीं है। उसको रोक सकती है एक सब्जेक्ट टू सम रिस्ट्रिक्शंस, हाई कोर्ट रोक सकती है। हाई कोर्ट से नीचे किसी के पास रोकने का भी अधिकार नहीं है। हाई कोर्ट के अंदर भी जो है आपका जो फुल बेंच जब बैठता है, 3 जजेस की बेंच बैठती है बाकायदा, वहाँ पर पिटीशन डलती है और वहाँ जाकर के किसी चीज़ के ऊपर रोक लगा दी जा सकती है। चाहे वो कोई बुक हो, चाहे वो कोई मूवी हो, चाहे वो कोई सॉन्ग हो, ऐसे आप उसके ऊपर रोक भी नहीं लगा सकते। पहली बात मैं इसे तो ये बड़ी एक बड़ी समस्या जो है, समस्या मैं बताता हूँ, इसको कैसे कंट्रोल कर सकते हो आप। अब गवर्नमेंट ने कह दिया कि भाई एथिकल बेसिस पे भी कुछ चीज़ें होनी चाहिए। कि भाई एक कंपनी है, कंपनी कोई भी कंपनी है, कोई भी अपने एम्प्लॉयज़ के लिए एक चार्टर बनाती है कि भाई आपको ये करना है, क्या नहीं करना है, इस समय आप ऑफिस आएंगे, नहीं आएंगे, ये आपकी ड्रेसअप होगा। तो मैं ये कहता हूँ कि सेल्फ एक्सप्लेनेटरी चीज़ें इस प्रकार की एक चार्टर सभी कंपनीज को, एक मॉडल चार्टर गवर्नमेंट बना करके दे भी सकती है। और वो कंपनीज को कहा जा सकता है कि आप अपने एम्प्लॉयज़ के ऊपर उसको लागू रखें। और अपने जो हमारे लिखने वाले, क्योंकि वीर रस अपने आप में एक बड़ी अलग चीज़ है। वीर रस को हम जाकर के, अगर कोई व्यक्ति, कोई गाना लिखने वाला ये समझता है कि मैं बंदूकबाजी को दिखा करके मैं वीर रस दिखा रहा हूँ, तो मेरे हिसाब से उनको पता ही नहीं। हमारे यहाँ तो रामधारी सिंह दिनकर जैसे भी कवि हुए हैं, वीर रस में कैसी कैसी चीजें उन्होंने लिखी है। इतिहास के अंदर जो है सिंहासन खाली करो के जनता आती, इस तरह के लोग लिखने वाले जब हमारे देश के अंदर रहे हैं, तो वीर रस का मतलब यह है। वीर रस का मतलब ये नहीं है कि आप उसको गन को फ्लॉन्ट करेंगे, इलीगल आर्म्स को की कल्चर को बढ़ावा देंगे और लोगों को कहेंगे भाई तुम 8-8, 9-9 सिक्योरिटी पर्सन। पंजाब के अंदर तो मैं बता रहा था, अब टेररिज्म के बाद में एक ट्रेंड आया।
ट्रेंड क्या आया कि भी जब आपके पब्लिक पर्सन्स हैं, जितने भी आपके इलेक्टेड एमएलएज हैं, चाहे आपके सीनियर आईएएस ऑफिसर, आईपीएस ऑफिसर, 7-7 8-8 गनमैन साथ लेकर के चलना है, सिक्योरिटी को भी फ्लॉन्ट करना है कि भाई मेरे पास हो, देखो जी 10 तो मेरे पास में गनमैन है साथ में। तो ये फ्लॉन्टिंग है, पब्लिक फ्लॉन्टिंग, मैं कहता हूँ ये कहीं ना कहीं कल्चरल डिग्रेडेशन के लिए सबसे ज्यादा जो जिम्मेदार है आज के समय में वो यही है कि भी जब बच्चा, खास करके रूरल बैकग्राउंड में, अर्बन बैकग्राउंड में नहीं, रूरल बैकग्राउंड में खास करके जब बच्चा थोड़ा सा बड़ा होता है, किसी ना किसी गैंगस्टर के संपर्क में आता ही आता है, चाहे वो पंजाब हो चाहे वो हरियाणा हो। जो बच गया वो बच गया, नहीं बचा तो आप उसके बीच में आएंगे ही आएंगे, चाहे आप किसी भी गैंग के संपर्क में आए, चाहे थोड़ा आए चाहे जाए। और उसमें जाकर के पुलिस काम कर देती है कि भाई झूठे मुकदमे दर्ज कर दिए, भाई एक बंदे के साथ में दूसरा उठा लिया, बंदूक एक के पास मिली, उठा लिया दूसरा भी। तो ऐसी चीजें बड़ी भयावह स्थिति एक बन रही है, जिसके कारण क्या हो रहा है कि सिस्टम ऐसे लोगों को पैदा कर रहा है जो कि कल को जाकर के गैंगस्टर बनते हैं, फोर्सफुली या वॉलंटरीली। ये चीजें बहुत गलत है, इसके ऊपर रोक लगाना बहुत ज्यादा जरूरत है और समय की, मैं कहता हूँ कि किया जाना चाहिए। ਮਤਲਬ ਤੁਸੀਂ ਕਹਿ ਰਹੇ ਹੋ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਜਾਂ ਸਰਕਾਰ ਦੇ ਨੁਮਾਇੰਦੇ ਜਾਂ ਇਹ ਵੀ ਇਹਨਾਂ ਦੀ ਵੀ ਜਿਹੜੀ ਹੈਗੀ ਕਿਤੇ ਨਾ ਕਿਤੇ ਗਲਤੀ ਹੈਗੀ ਹੈ। 100% है, 100%, क्योंकि आप पब्लिक ऑब्सैनिटी को प्रमोट कर रहे हैं। इसको मैं पब्लिक ऑब्सैनिटी का मतलब यही नहीं है कि किसी प्रकार का ऐसा प्रदर्शन धर्म के खिलाफ रही है, ये सब चीजें भी तो पब्लिक ऑब्सैनिटी तो है। अब इनको ऑब्सैनिटी नहीं करेंगे तो कैसे कहेंगे? अब आम जनता जिसके घर में एक बंदूक नहीं है या रिवॉल्वर नहीं है, इसका मतलब उसको डर करके रहना चाहिए, क्योंकि जो बंदूक और रिवॉल्वर वाला है वो दिखाता हुआ घूम रहा है कि गुंडा राज थोड़ी ना है, गुंडा राज नहीं है, इट्स राइट डेमोक्रेसी। ये आम आदमी का राज है, इसमें आम आदमी ही सब कुछ है, उसी से सरकार चलती है और वही उसको चलाता है, वही प्रशासन को चलाता है। वो ठीक है कि भाई हमारे यहाँ पर सिस्टम इस प्रकार का परफेक्ट कहीं भी डेवलप नहीं हो सकता है जहाँ पर सब कुछ परफेक्शन पर चले, बट फैक्ट ऑफ द मैटर इज कि भी आपको बहुत जरूरी है कि इस तरह की चीजों को खास करके इस तरह की फ्लॉन्टिंग के लिए एक मोरल कोड ऑफ कंडक्ट जो है, मैं कहता हूँ इलेक्शन में होता है जैसे लागू, तो इसके लिए भी इंडस्ट्री के लिए भी गवर्नमेंट को निकाल देना चाहिए कि भी आपको ये करना ही करना पड़ेगा कि इस तरह की ऑब्सैनिटी से आपको बचना ही बचना पड़ेगा। हालांकि वो जाकर के कन्फ्लिक्ट आएगा फ्रीडम ऑफ एक्सप्रेशन के साथ, कहेंगे जी हमारा अधिकार है लिखने का बोलने का, फिर भी मैं कहता हूँ सरकार को सख्ती दिखानी पड़ेगी एट वंस, तब जाकर के ये जो कल्चर है, गैंगस्टर कल्चर है, हमारे ग्रामीण क्षेत्र से, हरियाणा और पंजाब की बेल्ट से बाहर जाएगा। ਪ੍ਰੋਫੈਸਰ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਕੋਰਟ ਦੇ ਵਿੱਚ ਜਦੋਂ ਪਹੁੰਚੇ, ਪਿਛਲੀਆਂ ਸਰਕਾਰਾਂ ਵੀ ਤੁਸੀਂ ਦੇਖ ਲੀਆਂ, ਇਸ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੇਖ ਰਹੇ ਹੋ? ਜਿਵੇਂ ਹੁਣੀ ਵਕੀਲ ਸਾਹਿਬ ਨੇ ਕਿਹਾ, ਰਵਿੰਦਰ ਜੀ ਨੇ, ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਜਾਂ ਸਰਕਾਰ ਦੇ ਨੁਮਾਇੰਦੇ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਜ਼ਿੰਮੇਦਾਰ ਹੈਗੇ ਨੇ। ਤੁਸੀਂ ਮੈਟਰ ਤੁਹਾਡਾ ਸਬ ਜੁਡਿਸ ਹੈਗਾ, ਕੋਰਟ ਦੇ ਵਿੱਚ ਹੈਗਾ, ਤਾਂ ਸਰਕਾਰ ਦਾ ਕੀ ਰਿਪਲਾਈ ਆ ਰਿਹਾ ਤੇ ਆਈ ਥਿੰਕ ਜਨਵਰੀ ਦੇ ਵਿੱਚ ਹੁਣ ਤੁਹਾਡੀ ਅਗਲੀ ਜਿਹੜਾ ਹੈਗਾ ਸਰਕਾਰ ਨੇ ਵੀ ਜਵਾਬ ਦੇਣਾ ਹੈਗਾ। ਬਿਲਕੁਲ ਅਫਸਰਸ਼ਾਹੀ ਸੇਮ ਹੈਗੀ ਆ, ਅਫਸਰਸ਼ਾਹੀ ਸੇਮ ਹੈਗਾ, ਪਰ ਸਰਕਾਰ ਬਦਲੇ ਨੇ, ਸਰਕਾਰ ਦੇ ਨੀਅਤ ਮੈਨੂੰ ਲੱਗਦਾ ਹੈ ਫਿਲਹਾਲ ਦੀ ਸਰਕਾਰ ਦੀ ਨੀਅਤ ਸਾਫ਼ ਲੱਗਦਾ ਹੈ ਮੈਨੂੰ ਇਸ ਮੁੱਦੇ ਤੇ, ਭਾਸ਼ਾ ਸੱਭਿਆਚਾਰ ਨੂੰ ਬਚਾਉਣ ਦੇ ਮੁੱਦੇ ਤੇ ਮੈਨੂੰ ਲੱਗਦਾ ਇਹਨਾਂ ਦੀ ਨੀਅਤ ਸਾਫ਼ ਹੈ। ਇਹਦੇ ਵਿੱਚ ਕੋਈ ठोस ये गलत मैनू उद्देश्य नहीं लगता, क्योंकि पहले दिन तो मानयोग मुख्यमंत्री श्री भगवंत सिंह साहब कह रहे ने कि असी रंगला पंजाब बनाना है। देखो इन्हां दी भाषा स्पष्ट है, इन्हां दी भाषा शुद्ध है, कहने का भाव है एक भगवंत सिंह साहब मानयोग मुख्यमंत्री ना सिर्फ एक मुख्यमंत्री है बल्कि वो खुद कलाकार ने, बहुत सारे गाना गा चुके ने, वो इन्हां दे सारे गाना कट के देखो, कोई भी गलत गाना नहीं गाए ने, पंजाबी भाषा सभ्याचार की वड़ियाई कीते ने, इसलिए मुख्यमंत्री बन के बैठे ने, कलाकार की जिम्मेदारी है इसलिए मुख्यमंत्री बैठे ने। पर तुसी जेकर लच्चर शराबी हथियारी गाना गाओगे, FIR हासिल करोगे, जिमें श्री बराड़ FIR होया, जेल होके मुड़ के आए, बहुत सारे गायक के खिलाफ FIR चल रहे ने। कहने का भाव है सर, पंजाबी गबरू इन्नी स्मार्ट हैंडसम ये जेकर चंगे गाना गाउणगे, इन्होंने पद्मश्री अवार्ड मिल सकते हैं, इन्हों ग्रैमी अवार्ड मिल सकते हैं। श्री गुरु ग्रंथ साहब के जिन्ने सारे राग ने उसनों इस्तेमाल करके तुसी गाओ। बंदा सिंह बहादुर वकील साहब ने कहा कि वीर रस की गल कहने, बंदा सिंह बहादुर दी वारा सुनाओगे, इस तो बाद वीर रस की हो सकता है?
ਬੰਦਾ ਸਿੰਘ ਬਹਾਦਰ ਦੀ ਦੁਬਾਰਾ ਸੁਣਾਓ। ਪਰ ਇਹ ਲੋਕ ਇਹੋ ਜਿਹਾ ਗਾਣਾ ਛੱਡ ਕੇ ਪੰਜਾਬੀਅਤ ਦੇ ਉਤਸ਼ਾਹ ਛੱਡ ਕੇ ਗਲਤ ਗਾਣਾ ਗਾ ਰਹੇ ਨੇ, ਇਹਨਾਂ ਦੇ ਖਿਲਾਫ ਕਾਰਵਾਈ ਹੋਗੀ। ਮੈਨੂੰ ਲੱਗਦਾ ਹੈ ਤੁਹਾਡੇ ਸਵਾਲ ਦੀ ਸਿੱਧੀ ਜਵਾਬ ਦੇਵਾ, ਫਿਲਹਾਲ ਦੀ ਸਰਕਾਰ ਦੀ ਨੀਅਤ ਸਾਫ਼ ਹੈ ਇਸ ਮੁੱਦੇ ਤੇ, ਖਾਸ ਤੌਰ ਤੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਸ਼ੁੱਧੀਕਰਨ ਕਰਨ ਦੇ ਵਿੱਚ। ਵਕੀਲ ਸਾਹਿਬ ਕਿਵੇਂ ਦੇਖਦੇ ਹੋ ਅਕਸਰ ਜਿਵੇਂ ਗੱਲ ਹੁੰਦੀ ਹੈ ਚਾਹੇ ਗੈਂਗਸਟਰਵਾਦ ਜਾਂ ਜਿਵੇਂ ਹੁਣ ਇਹ ਹਿਪ ਹੋਪ ਸੌਂਗਸ ਹੋ ਗਏ ਜਾਂ ਮਤਲਬ ਪੂਰਾ ਵਰਲਡ ਵਾਈਡ ਜਿਹੜਾ ਹੈਗਾ ਗਲੋਬਲ ਵਿਲੇਜ ਬਣ ਗਿਆ ਹੈਗਾ ਹੁਣ, ਹੈ ਨਾ, ਚਾਹੇ ਲੈਂਗੁਏਜ ਹੋਵੇ, ਭਾਸ਼ਾ ਹੋਵੇ, ਫੂਡ ਹੋਵੇ, ਕਲਚਰ ਹੋਵੇ, ਮਿਕਸਅਪ ਹੋ ਗਿਆ ਹੈਗਾ ਸਾਰਾ। ਅਮਰੀਕਾ ਨੇ ਵੀ ਹੁਣ ਹਥਿਆਰ ਰੱਖਣ ਦੀ ਉੱਥੇ ਜਿਵੇਂ ਆਮ ਲੋਕਾਂ ਕੋਲੇ ਹਥਿਆਰ ਹੈਗੇ ਨੇ, 21 ਸਾਲ ਦੇ ਜਿਵੇਂ ਨੌਜਵਾਨ ਆਪਾਂ ਦੇਖਿਆ ਰੀਸੈਂਟਲੀ ਕਿੰਨੇ ਸਾਰੇ ਇੰਸੀਡੈਂਟ ਹੋਏ ਸਕੂਲਾਂ ਦੇ ਵਿੱਚ ਜਾਂ ਆਮ ਪਬਲਿਕ ਪਲੇਸ ਤੇ ਫਾਇਰਿੰਗ, ਉਹ ਵੀ ਕੰਟਰੋਲ ਕਰ ਰਹੇ ਨੇ ਗਨ ਕਲਚਰ ਨੂੰ। ਤਾਂ ਕਿਤੇ ਨਾ ਕਿਤੇ ਲੱਗਦਾ ਕਿ ਜਿਹੜੀ ਇਹ ਵੈਸਟਰਨ ਕੰਟਰੀਜ਼ ਹੈਗੀਆਂ ਨੇ ਉਹ ਜਿਹੜੀਆਂ ਉਹਨਾਂ ਦੀਆਂ ਐਕਟੀਵਿਟੀਜ਼ ਹੈਗੀਆਂ ਨੇ ਉਹਨਾਂ ਦਾ ਪ੍ਰਭਾਵ ਇੱਥੇ ਤੇ ਇੱਥੇ ਦਾ ਫਿਰ ਤਰੀਕਾ ਜਿਹੜਾ ਹੈਗਾ ਕਿ ਉਹ ਗਲਤ ਅਸਰ ਇਹ ਵੀ ਕਿਤੇ ਨਾ ਕਿਤੇ ਚੀਜ਼ਾਂ ਹੋ ਰਹੀਆਂ, ਹਾਲਾਂਕਿ ਉਹ ਕੰट्रोल कर रहे हैं ਹੁਣ अपने लेवल पे। निश्चित तौर पर कल्चरल एक्सचेंज बहुत ज़्यादा आज के टाइम में, चाहे आप जाएं ना जाएं इसमें कोई फर्क नहीं पड़ता। अब पंजाब के अंदर तो शायद ही कोई ऐसी फैमिली होगी जिसमें कोई बंदा जो है विदेश के अंदर ना हो, खास करके अमेरिका और कनाडा जहाँ पर कि आपका जो ये हथियार रखना जो है कहीं ना कहीं अलाउड है पब्लिक के लिए, आम पब्लिक के लिए है। जैसे इंडिया के अंदर तो आपको लाइसेंस चाहिए, वहाँ लाइसेंस भी नहीं चाहिए। वहाँ पे कुछ हथियार अपने 1878 जिवें मैं स्टार्टिंग जगह पहला सी ਜਦੋਂ ਅੰਗਰੇਜ਼ਾਂ ਨੇ ਆਣਾ, कुछ हथियार, कुछ कैटेगरी के हथियार ऐसे हैं जो आम जनता रख सकती है, कुछ कैटेगरी के ऐसे हैं जो कि फिर फोर्सेस के पास रहते हैं। यहाँ पर तो ज्यादातर कैटेगरी जो है फोर्सेस के पास है, आम जनता के पास तो बहुत लिमिटेड सी चॉइस है, और वो भी जो है आर्म्स एक्ट से रेगुलेट होती है। पहले तो 3 हथियार रख सकते थे, 2019 के बाद केवल 1 हथियार रखा जा सकता है इस देश के अंदर। तो ये एक जो है फर्क आया है कानून के अंदर। बट जो कल्चरल एक्सचेंज है वो बहुत हावी है। मुझे जरूरत नहीं है वहां जाने की, मैं यूट्यूब खोलूंगा, यूट्यूब के ऊपर सुन लूंगा, सुन करके मुझे लगेगा वाह भाई बहुत गजब की वो है हथियार। ऊपर से मूवीज के अंदर जो है आपकी, मैं बताता हूँ कि भी हमारे को जो है जनता को जो है दिखाने के लिए, मैं समझ नहीं पा रहा हूँ कि इतना एक्सट्रीम लेवल ऑफ वायलेंस जो है आज के दिन में जो सिनेमा दिखा रही है कि वो आम जनता के लिए टॉलरेबल नहीं है। हम जैसे मैच्योर लोग भी जो है ना उसको टॉलरेट नहीं कर पाते हैं, उसको हम कोशिश करते हैं कि भी हटाओ इसको, या आंख बंद कर ले, साइड में कर ले, आगे निकाल दे। अगर ओटीटी कंटेंट है तो ऐसे इस तरह का कंटेंट, एक्सट्रीम वायलेंस को प्रमोट करने वाला जो सिनेमा आ रहा है, एक्सट्रीम वायलेंस वाले सॉन्ग्स को प्रमोट करने वाले जो सॉन्ग्स हैं, ये कहीं ना कहीं डिग्रेडेशन लेकर के आ रहे हैं। इसके ऊपर बहुत ज़रूरी है कि एक रिस्ट्रिक्शन हो, और हर चीज़ को फ्रीडम ऑफ एक्सप्रेशन के तहत मत लिया जाए। फ्रीडम ऑफ एक्सप्रेशन अपनी जगह पर है, बिल्कुल बिल्कुल है, इस देश के अंदर बोलने की स्वतंत्रता सबको है। आप नहीं रोक पाएंगे, मीडिया को मूवीज बनाने से भी नहीं रोक सकते, उनको आप सेंसर भी नहीं कर सकते, लेकिन फिर भी एक मोरल ड्यूटी भी बनती है, गवर्नमेंट को भी उसके ऊपर रिस्ट्रिक्शन लगानी चाहिए कि भी आप जो है इस लेवल तक ही इसको आगे लेकर के जा सकते हो। देयर हैज टू बी ए लेवल। किसी भी चीज का अंत नहीं, ये नहीं हो सकता कि भी बेअंत चलेगा, उसको एक जगह पे रोकना ही पड़ेगा आपको, अगर आपको गैंगस्टर कल्चर को निकालना है। वो गैंगस्टर कल्चर से अलग अलग जगह पे अलग अलग, महाराष्ट्र के अंदर अंडरवर्ल्ड के रूप में आती है, तो पंजाब के अंदर गैंगस्टर जो है, हरियाणा के अंदर जो रूरल एरिया में जो गैंगस्टर जो सिस्टम है, गैंग वार्स, वो अलग अलग जगह पे अलग अलग तरीके से आती है। बिहार के अंदर आती है तो अपहरण करने वाले लोग बन जाते हैं आकर के, थोड़ा थोड़ा बदलाव होता है, लेकिन वो हर जगह पे दिखेगी। बाहुबली कल्चर यूपी के अंदर दिखेगी आपको। इन चीज़ों के ऊपर बदलाव जरूरी इसलिए तभी आएगा जब आप लोगों को टीच इस प्रकार से करेंगे, या फिर लोगों को एजुकेशन जो है इस लेवल की आपको उसकी रहेगी कि भी आपको इन चीज़ों से दूर रखा जाएगा, और रखना गवर्नमेंट की भी ड्यूटी है, कस्टोडियन है। देखिए, ग्रैंड पेरेंट एक हमारे लॉ में एक टर्म होती है, हमारे हम सबके पिता जो माता पिता हमारे वो पेरेंट्स हैं, इसी तरह से ग्रैंड पेरेंट जो आपका गवर्नमेंट है, गवर्नमेंट किसी भी डेमोक्रेसी के अंदर ग्रैंड पेरेंट होता है, यानी कि सरकार की ड्यूटी है, और हम सब जो सिटीजन जो हैं उसके एक प्रकार के बच्चों की तरह हैं। तो सरकार की ड्यूटी है कि अपने उसको कुनबे को, अपने इस परिवार को सुरक्षित रखे, उनको शिक्षा भी दे, उनको मॉरल वैल्यूज भी दे। इन चीज़ों को कौन लेकर के आएगा? गवर्नमेंट नहीं लेकर के आएगी तो कौन लेकर के आएगा? लेके आना चाहिए, मैं कहता हूँ। ਪ੍ਰੋਫੈਸਰ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਚੀਜ਼ਾਂ ਤੇ ਕੰਟਰੋਲ ਕਰਨ ਦੇ ਲਈ ਕਿਆ ਤੁਹਾਨੂੰ ਮਹਿਸੂਸ ਹੋ ਰਿਹਾ ਕਿ ਇਹ ਚੀਜ਼ਾਂ ਨੂੰ ਲੈ ਕੇ ਬੱਚਿਆਂ ਨੂੰ ਐਜੂਕੇਸ਼ਨ ਦੇ ਵਿੱਚ ਵੀ ਇਹ ਚੀਜ਼ ਆ ਸਕਦੀ ਹੈ? ਜਿਵੇਂ
ਬੈਡ ਟੱਚ, ਗੁੱਡ ਟੱਚ, ਇਹ ਚੀਜ਼ਾਂ ਜਿਸ ਤਰੀਕੇ ਨਾਲ ਹਨਾ ਇਹ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈਗਾ, ਤਾਂ ਜਿਵੇਂ ਹੁਣ ਇਹ ਚਾਹੇ ਗਨ ਕਲਚਰ ਹੈ ਜਾਂ ਬੱਚੇ ਫਿਰ ਗੈਂਗਸਟਰ ਬਣਦੇ ਹੈਗੇ ਨੇ, ਜਿਵੇਂ ਵਕੀਲ ਸਾਹਿਬ ਉਹਨਾਂ ਨੇ ਦੱਸਿਆ ਕਿ ਪਰਚਾ ਇੱਕ ਤੇ ਹੁੰਦਾ, ਨਾਲ ਦਿਆਂ ਨੂੰ ਚੁੱਕ ਲੈਂਦੇ ਨੇ, ਫਿਰ ਉਹ ਇਹੋ ਜਿਹੇ ਜਾਲ 'ਚ ਫਸ ਜਾਂਦਾ ਕਿ ਉਹ ਵੀ ਇਸ ਦਲਦਲ 'ਚ ਫਸ ਜਾਂਦਾ ਹੈਗਾ। ਤਾਂ ਮਤਲਬ ਕਿਤੇ ਨਾ ਕਿਤੇ ਐਜੂਕੇਟ ਕਰਨ ਦੇ ਲਈ ਕੋਈ ਨਾ ਕੋਈ ਇਹ ਵੀ ਪਾਲਿਸੀ ਹੋਣੀ ਚਾਹੀਦੀ ਹੈਗੀ ਆ। बिल्कुल पॉलिसी होनी चाहिए। बिल्कुल इसलिए मैं मानयोग हाईकोर्ट ਦੇ ਵਿੱਚ ਵੀ ਇਸ ਸਵਾਲ ਤੇ ਕਲਚਰਲ ਡਿਪਾਰਟਮੈਂਟ ਪੰਜਾਬ ਸਰਕਾਰ ਨੇ ਕਲਚਰਲ ਪਾਲਿਸੀ ਬਣਾ ਕੇ ਜਮ੍ਹਾਂ ਵੀ ਕਰ ਦਿੱਤੇ ਨੇ। ਕਲਚਰਲ ਪਾਲਿਸੀ ਹਾਈ ਕੋਰਟ ਦੇ ਵਿੱਚ ਵੀ ਹੈਗਾ, ਪਰ ਉਹ ਉਸ ਦੀ ਸਹੀ ਢੰਗ ਨਾਲ ਉਹ ਲਾਗੂ ਨਹੀਂ ਕਰਦਾ ਪਿਆ ਪੰਜਾਬ ਸਰਕਾਰ। ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਸੱਭਿਆਚਾਰ ਪਾਲਿਸੀ ਜੋ ਤਿਆਰ ਹੈ ਉਸਨੂੰ ਸਹੀ ਢੰਗ ਨਾਲ ਲਾਗੂ ਕਰਾਉਣ ਦੀ ਲੋੜ ਹੈ, ਜਿਸ ਦੇ ਤਹਿਤ ਉਹਦੇ ਵਿੱਚ ਸਾਫ਼ ਅੱਖਰਾਂ ਵਿੱਚ ਲਿਖਿਆ ਗਿਆ ਹੈ ਕਿ ਚੰਗੇ ਕਲਾਕਾਰ ਨੂੰ ਉਤਸ਼ਾਹਿਤ ਕਰਨਾ, ਚੰਗੇ ਸੱਭਿਆਚਾਰ ਨੂੰ ਅੱਗੇ ਲੈ ਕੇ ਆਉਣਾ, ਲੋਕਲ ਗਾਇਕ ਨੂੰ ਅੱਗੇ ਲੈ ਆਉਣਾ, ਬਾਲ ਕਲਾਕਾਰ ਨੂੰ ਲੈ ਕੇ ਆਉਣਾ, ਪੰਜਾਬੀ ਭਾਸ਼ਾ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ, ਇਹ ਸਾਰੇ ਉਸ ਪਾਲਿਸੀ ਦੇ ਵਿੱਚ ਹੋਏ ਨੇ। ਇਸ ਤੋਂ ਇਲਾਵਾ ਤੁਹਾਡੀ ਸਵਾਲ ਬਹੁਤ ਕਮਾਲ ਦਾ ਹੈ। ਸਕੂਲ ਕਾਲਜ ਦੇ ਵਿੱਚ ਵੀ ਜਾ ਕੇ ਲੋਕਾਂ ਨੂੰ, ਬੱਚੇ ਨੂੰ ਸਮਝਾਉਣ ਦੀ ਲੋੜ ਹੈ ਕਿ ਪੰਜਾਬੀ ਸੱਭਿਆਚਾਰ ਇੱਕ ਪਰਮਾਤਮਾ ਦੇ ਨਾਮ ਵਿੱਚ ਨੱਚਣ ਵਾਲੀ ਸੱਭਿਆਚਾਰ ਹੈ, ਭਾਵੇਂ ਉਹ 12ਵੀਂ ਸਦੀ ਦੇ ਵਿੱਚ ਬਾਬਾ ਫਰੀਦ ਹੋਵੇ, 15ਵੀਂ ਸਦੀ ਵਿੱਚ ਬਾਬਾ ਨਾਨਕ ਹੋਵੇ, 17ਵੀਂ ਸਦੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਵੇ, ਸਾਰੇ ਦੇ ਸਾਰੇ ਇੱਕ ਪਰਮਾਤਮਾ ਦੇ ਨਾਮ ਵਿੱਚ ਇੱਥੇ ਗੁਣਗਾਨ ਗਾਏ ਨੇ। ਤੁਸੀਂ ਵੀ ਗੁਣਗਾਨ ਗਾਓ ਪਰਮਾਤਮਾ ਦੀ, ਉਤਸਤ ਕਰੋ ਪੰਜਾਬੀਅਤ ਦੀ, ਗੁਣਗਾਨ ਕਰੋ ਭਾਰਤ ਵਰਸ਼ ਦੀ, ਨਾ ਛੱਡ ਕੇ ਤੁਸੀਂ ਜੇਕਰ ਪੰਜਾਬੀ ਭਾਸ਼ਾ ਇੰਨੀ ਪਵਿੱਤਰ ਭਾਸ਼ਾ ਵਿੱਚ ਲੱਚਰ ਹੈ ਸ਼ਰਾਬੀ ਹਥਿਆਰੀ ਗਾਣਾ ਗਾਓਗੇ ਤੁਹਾਨੂੰ ਮਾਫ ਨਹੀਂ ਕੀਤਾ ਜਾ ਸਕਦਾ। ਇਹ ਪਾਠ्यक्रम ਦੀ ਇੱਕ ਹਿੱਸਾ ਵੀ ਬਣ ਸਕਦਾ ਹੈ ਜੇਕਰ ਐਜੂਕੇਸ਼ਨ ਮਿਨਿਸਟਰ ਚਾਹੁੰਦੇ ਹੈ। ਮੈਨੂੰ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਸੱਭਿਆਚਾਰ ਪਾਲਿਸੀ ਅਤੇ ਐਜੂਕੇਸ਼ਨ ਮਿਨਿਸਟਰ ਰਲ ਮਿਲ ਕੇ ਕੰਮ ਕਰਨਗੇ। ਜੋ ਰੰਗਲਾ ਪੰਜਾਬ ਬਣਾਉਣ ਦੀ ਜਿਹੜੇ ਕਾਨਸੈਪਟ ਹੈ ਇਹ ਪੂਰਾ ਹੋ ਸਕਦਾ ਹੈ ਜੇਕਰ ਇਸ ਰਾਹ ਤੇ ਤੁਰਨਗੇ। ਵਕੀਲ ਸਾਹਿਬ, ਜਿਸ ਤਰੀਕੇ ਨਾਲ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਹਾਲ ਹੀ ਦੇ ਵਿੱਚ, ਜਿਨ੍ਹਾਂ ਨੇ ਆਪਣੇ ਨਵੇਂ ਹਥਿਆਰਾਂ ਦੇ ਲਾਇਸੈਂਸ ਬਣਵਾਏ, ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੁਣ ਉਹ ਕੈਂਸਲ ਹੋਣ ਲੱਗ ਗਏ। 90 ਦਿਨ ਪਹਿਲਾਂ ਜਿਨ੍ਹਾਂ ਦੇ ਬਣੇ, ਜਦੋਂ ਸਰਕਾਰ ਨੇ ਇਹ ਅਨਾਊਂਸ ਕੀਤਾ ਕਿ ਗਨ ਕਲਚਰ ਨੂੰ ਖਤਮ ਕਰਨਾ ਹੈਗਾ, ਤੁਹਾਨੂੰ ਲੱਗਦਾ ਕਿ ਇਹ ਛੋਟੇ-ਛੋਟੇ ਸਟੈਪਸ ਜਿਹੜੇ ਹੈਗੇ ਨੇ ਇਹ ਵੱਡਾ ਰੋਲ ਨਿਭਾਉਣਗੇ ਕਿਤੇ ਨਾ ਕਿਤੇ ਜਿਹੜਾ ਗਨ कल्चर हैगा उसनू खत्म करने के लिए? यस, डेफिनेटली निभा सकते हैं। और मैं कहता हूँ कि एक और चीज़ सरकार ट्राई कर सकती है, वो ये है कि जिस व्यक्ति के पास में लाइसेंस आपके पास में हथियार है, तो केवल उसको हथियार चलाना ही नहीं सिखाना चाहिए, बल्कि उसको हथियार रखना भी सिखाना चाहिए। एक रेगुलर एक आप उनके लिए एक ट्रेनिंग भी रख सकते हैं, एक सारी चीज़ों को, और रूटीन टू रूटीन उसका चेकअप भी रह सकता है कि उसका क्या वो इस्तेमाल तो नहीं कर रहा है। और दूसरी चीज़ ये है कि भी आप जो है उनको बाकायदा एक स्कूलिंग की तरह से आप उनको बताते रहो, उनके दिमाग में डालते रहो कि भाई प्लीज़ इसको फ्लॉन्ट ना करें, ये केवल आपकी सुरक्षा के लिए, प्लीज़ इसको फ्लॉन्ट ना करें, केवल आपकी सुरक्षा के लिए। सुरक्षा से बाहर किसी भी आम नागरिक को हथियार रखने का इस देश में कोई अधिकार है ही नहीं, बिल्कुल नहीं है। तो जितने भी बाकी के काम किए जाते हैं सभी के सभी इलीगल है, दिस वे और दैट वे। ठीक है, फ्रीडम ऑफ एक्सप्रेशन के तहत आप कोशिश करते हो अपने आप को बचाने की संविधान के पीछे छिप करके, लेकिन इससे आपकी जो पब्लिक रिस्पॉन्सिबिलिटी है, सोशल रिस्पॉन्सिबिलिटी है, कहीं भी किसी भी तरीके से कम नहीं होती। तो मेरे हिसाब से गवर्नमेंट को ये भी एक करना चाहिए कि आप रीजनल लेवल पे जो है एक उन लोगों को एजुकेट करें जिन लोगों को इस तरह के हथियार जो है रखने की इजाज़त दी गई है। आखिरी सवाल है मेरा प्रोफैसर साहब ਤੁਹਾਨੂੰ ਕਿ ਸਰਕਾਰ ਨੂੰ ਹੋਰ ਕੀ ਕੁਝ ਕਰਨ ਦੀ ਜ਼ਰੂਰਤ ਹੈਗੀ ਹੈ ਤਾਂ ਜੋ ਆਪਣਾ ਨੌਰਥ ਹੀ ਕਵਾਂਗਾ ਮੈਂ ਕਿ ਪੰਜਾਬ, ਹਰਿਆਣਾ ਜਾਂ ਜਿਹੜੇ ਨੌਰਥ ਰੀਜਨ ਦੇ ਵਿੱਚ ਆਂਦੀਆਂ ਹੈਗੀਆਂ ਸਟੇਟਸ, ਲਗਾਤਾਰ ਉੱਥੇ ਦਾ ਯੂਥ ਜਿਹੜਾ ਹੈਗਾ ਡਾਇਵਰਟ ਹੋ ਰਿਹਾ ਇਹ ਚੀਜ਼ਾਂ ਨੂੰ ਲੈ ਕੇ। ਬਹੁਤ ਸਾਰੇ ਕਾਰਨ ਨੇ। ਇੱਕ ਤਾਂ ਪ੍ਰਵਾਸ ਕਰ ਰਹੇ ਨੇ ਬੱਚੇ ਕਿ ਵਿਦੇਸ਼ ਦੇ ਵਿੱਚ ਹੀ ਹੁਣ ਸਾਡਾ ਕਰੀਅਰ ਹੈਗਾ, ਇੱਥੇ ਰੋਜ਼ਗਾਰ ਦੀ ਕਮੀ ਹੈਗੀ ਹੈ। ਕਿਤੇ ਨਾ ਕਿਤੇ ਹਰ ਇੱਕ ਖੇਤਰ ਦੇ ਵਿੱਚ ਜਦੋਂ ਨੌਜਵਾਨਾਂ ਨੂੰ ਉਹਨਾਂ ਦੀ ਐਜੂਕੇਸ਼ਨ ਮੁਤਾਬਕ ਜਾਂ ਰੋਜ਼ਗਾਰ ਨਹੀਂ ਮਿਲਦਾ ਜਾਂ ਵਿਹਲੇ ਨੇ, ਤਾਂ ਕਿਤੇ ਨਾ ਕਿਤੇ ਉਹ ਕ੍ਰਾਈਮ ਦੀ ਦੁਨੀਆ 'ਚ ਜਾਂਦਾ ਹੈਗਾ। ਤਾਂ ਇਸ ਦਾ ਡੀਪਲੀ ਬਹੁਤ ਸਾਰੇ ਆਸਪੈਕਟ ਹੈਗੇ ਨੇ। ਕੀ ਕੁਝ ਤੁਹਾਨੂੰ ਲੱਗਦਾ ਹੈਗਾ ਕਿ ਕਰਨ ਦੀ ਜ਼ਰੂਰਤ ਹੈਗੀ ਹੈ ਤਾਂ ਜੋ ਜਿਹੜੀਆਂ ਸਟੇਟਾਂ ਹੈਗੀਆਂ ਨੇ ਇਹ ਚੀਜ਼ਾਂ ਤੋਂ ਬਾਹਰ ਆ ਸਕਣ? ਬਿਲਕੁਲ, ਤੁਹਾਡੀ ਸਵਾਲ ਬਹੁਤ ਕਮਾਲ ਦਾ ਸਵਾਲ ਹੈ ਕਿਉਂਕਿ ਇਹ ਬੁਨਿਆਦੀ ਹੈ, ਸਾਡੇ ਅਸਤਿਤਵ ਦੀ ਹੈ, ਬੱਚੇ ਦੀ ਭਵਿੱਖ ਦੀ ਸਵਾਲ ਹੈ। ਦੱਖਣ ਭਾਰਤ ਤੋਂ ਮੈਂ ਆਉਂਦਾ ਹੈ, ਕਰਨਾਟਕ ਤੋਂ। ਉੱਥੇ ਬੱਚੇ ਨੂੰ ਬਚਪਨ ਤੋਂ ਹੀ ਇਹ ਸੁਪਨਾ ਦਿਖਾਉਂਦੇ ਨੇ ਪੇਰੈਂਟਸ, ਟੀਚਰਸ,
मोहल्ले दे लोग कि ਤੁਹਾਨੂੰ ਡਾਕਟਰ ਬਣਨਾ ਹੈ, ਸਾਇੰਟਿਸਟ ਬਣਨਾ ਹੈ, ਇੰਜੀਨੀਅਰ ਬਣਨਾ ਹੈ। ਇਹ ਬਚਪਨ ਤੋਂ ਹੀ ਲੋਕਾਂ ਨੂੰ ਉੱਥੇ ਬੱਚੇ ਨੂੰ ਸਮਝਾਉਂਦੇ ਨੇ, ਬਚਪਨ ਤੋਂ ਹੀ। ਬਚਪਨ ਦੇ ਜਨਮ ਦਿਨ ਦੇ ਦਿਹਾੜੇ ਤੇ ਉਹ ਕਿਤਾਬ ਭੇਟ ਕਰਦੇ ਨੇ। ਇਹ ਸੱਭਿਆਚਾਰ ਕਰਨਾਟਕ ਦੇ ਵਿੱਚ ਹੈ। ਅਸੀਂ ਕਿਤਾਬ ਖਰੀਦ ਕੇ ਪੜ੍ਹਦੇ ਹੈ, ਅਖਬਾਰ ਖਰੀਦ ਕੇ ਪੜ੍ਹਦੇ, ਮੈਗਜ਼ੀਨ ਖਰੀਦ ਕੇ ਪੜ੍ਹਦੇ ਹੈ ਰੋਜ਼। ਇਸ ਲਈ ਪੰਜਾਬ ਕੰਨੜ ਭਾਸ਼ਾ ਲਈ 8 ਗਿਆਨਪੀਠ ਪੁਰਸਕਾਰ ਮਿਲ ਚੁੱਕੇ ਨੇ, 8 ਸਭ ਤੋਂ ਵੱਧ ਹਿੰਦੁਸਤਾਨ ਦੇ ਵਿੱਚ। रूहानियत परिभाषा इन्नी अमीर भाषा पंजाबी, सिर्फ 1.5 ਗਿਆਨਪੀਠ ਪੁਰਸਕਾਰ ਕਿਉਂ? ਇੱਕ ਨੂੰ ਮਿਲਿਆ ਜੀ ਅੰਮ੍ਰਿਤਾ ਪ੍ਰੀਤਮ ਨੂੰ ਪੂਰਾ। ਇਸ ਤੋਂ ਬਾਅਦ ਪ੍ਰੋਫੈਸਰ ਗੁਰੂਦਿਆਲ ਸਿੰਘ ਸਾਹਿਬ ਨੇ ਕਿਸੇ ਨਾਲ ਸ਼ੇਅਰ ਕੀਤੇ ਨੇ, ਹੋਇਆ 1.5 ਗਿਆਨਪੀਠ ਪੁਰਸਕਾਰ ਇਹ ਹਲੇ ਤੱਕ ਮਿਲਿਆ ਹੋਇਆ ਪੰਜਾਬੀ ਅਮੀਰ ਭਾਸ਼ਾ ਨੂੰ। ਸਵਾਲ ਇਹ ਹੈ ਸਰ, ਤੁਹਾਡੇ ਬੱਚੇ ਨੂੰ ਬਚਪਨ ਤੋਂ ਹੀ ਇੱਕ ਸੁਪਨਾ ਦਿਖਾਉਣ ਦੀ ਲੋੜ ਹੈ। ਤੁਹਾਨੂੰ ਇੰਜੀਨੀਅਰ ਬਣਨਾ, ਸਾਇੰਟਿਸਟ ਬਣਨਾ, ਡਾਕਟਰ ਬਣਨਾ ਹੈ। ਤੁਹਾਨੂੰ ਗੁਰਮੁਖੀ ਦੇ ਤਹਿਤ ਸਿੱਖ ਕੇ ਗੁਰਬਾਣੀ ਤੋਂ ਤੁਰਨਾ ਹੈ। ਇਹੋ ਜਿਹਾ ਜੇਕਰ ਮਾਹੌਲ ਪੈਦਾ ਕੀਤਾ ਜਾਵੇ, ਮੈਨੂੰ ਲੱਗਦਾ ਹੈ ਇਸ ਇਲਾਕੇ ਦੇ ਵਿੱਚ ਖਾਸ ਤੌਰ 'ਤੇ ਕਊ ਬੈਲਟ ਕਹਿੰਦੇ, ਇਹ ਮੈਂ ਮੰਨਦਾ ਨਹੀਂ ਇਸ ਨੂੰ। ਇਹ ਤਾਂ ਗਿਆਨ ਦੀ ਬੈਲਟ ਹੈ। ਮੈਂ ਦੱਖਣ ਭਾਰਤ ਦੇ ਵਿੱਚ ਇਸ ਮੁੱਦੇ 'ਤੇ ਬਹੁਤ ਆਰਗਿਊ ਕਰਦਾ ਹੈ। ਉੱਥੇ ਲੋਕ ਕਹਿੰਦੇ ਨੇ ਕਊ ਬੈਲਟ ਹੈ, ਨੋ, ਇਹ ਗਿਆਨ ਬੈਲਟ ਹੈ। ਇੱਥੇ ਦੇ ਸੰਤ ਪੁਰਸ਼ ਮਹਾ ਫਕੀਰ ਫਾਇਦਾ ਹੋਏ ਨੇ। ਇਹ ਗਿਆਨ ਦੀ ਸਾਗਰ ਦੀ ਬੈਲਟ ਹੈ, ਇਸ ਨੂੰ ਸਨਮਾਨ ਕਰੋ। ਮੈਂ ਦੱਖਣ ਭਾਰਤ ਦੇ ਵਿੱਚ ਗੱਲ ਕਿਹਾ, ਲਿਖਿਆ ਅਖਬਾਰ ਦੇ ਵਿੱਚ ਵੀ। ਕਹਿਣ ਦਾ ਭਾਵ ਹੈ ਇਸ ਮਾਹੌਲ ਨੂੰ ਇਸ ਪਾਸੇ ਲੈ ਆਉਣ ਦੀ ਲੋੜ ਹੈ। ਇਸ ਤਹਿਤ ਰੰਗਲਾ ਪੰਜਾਬ ਬਣਾਉਣ ਦੀ ਜਿਹੜਾ ਸੁਪਨਾ ਹੈ, ਇਸੀ ਤਹਿਤ ਉਹ ਵੀ ਹੈ। ਪੰਜਾਬੀ ਸੱਭਿਆਚਾਰ ਨੀਤੀ ਨੂੰ ਲਾਗੂ ਕਰਕੇ ਐਜੂਕੇਸ਼ਨ ਸਿਸਟਮ ਨੂੰ ਜੇਕਰ ਸੁਧਾਰਿਆ ਜਾਵੇ, ਬੱਚੇ ਨੂੰ ਸਮਝਾਇਆ ਜਾਵੇ, ਆਉਣ ਵਾਲੇ 50 ਸਾਲ ਤੋਂ ਬਾਅਦ ਤੁਹਾਨੂੰ ਮਿਲੇਗਾ ਚੰਗੇ ਇਹ ਨੌਜਵਾਨ ਜੋ ਚੰਗੇ ਰਾਹ 'ਤੇ ਚੱਲਣਗੇ। ਜੀ ਜੀ, ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਫੈਸਰ ਧਰੇਨਵਰ ਜੀ, ਵਕੀਲ ਸਾਹਿਬ ਰਵਿੰਦਰ ਜੀ। ਤਾਂ ਪੰਡਿਤ ਜੀ ਮੁਤਾਬਕ ਇਹਨਾਂ ਵੱਲੋਂ ਸਾਫ਼ ਤੌਰ 'ਤੇ ਕਿਹਾ ਜਾ ਰਿਹਾ ਕਿ ਨੌਜਵਾਨਾਂ ਨੂੰ ਜਿੱਥੇ ਐਜੂਕੇਟ ਕਰਨਾ ਜ਼ਰੂਰੀ ਹੈ, ਤਾਂ ਵਕੀਲ ਰਵਿੰਦਰ ਢੱਲ ਹੋਣੀ ਜੀ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਲਾਇਸੈਂਸ ਤਾਂ ਹਥਿਆਰ ਦਾ ਸਰਕਾਰਾਂ ਵੱਲੋਂ ਦਿੱਤਾ ਜਾਂਦਾ ਹੈ, ਪਰ ਉਸ ਨੂੰ ਰੱਖਣਾ ਕਿਸ ਤਰੀਕੇ ਨਾਲ ਹੈ। ਤਾਂ ਅਜਿਹੀਆਂ ਅਕੈਡਮੀਆਂ ਜਾਂ ਸਰਕਾਰ ਨੂੰ ਵੀ ਨੀਤੀਆਂ ਬਣਾਉਣ ਦੀ ਲੋੜ ਹੈ, ਤਾਂ ਜੋ ਗਨ ਕਲਚਰ ਜਿਹੜਾ ਹੈਗਾ ਉਹ ਖਤਮ ਕੀਤਾ ਜਾ ਸਕਦਾ ਹੈਗਾ। ਤਾਂ ਗਨ ਕਲਚਰ ਕਿਸ ਤਰੀਕੇ ਨਾਲ ਖਤਮ ਹੋਵੇਗਾ? ਤਾਂ ਛੋਟੇ ਛੋਟੇ ਜਿਹੜੇ ਸਟੈਪ ਹੁਣ ਲਏ ਜਾ ਰਹੇ ਨੇ ਸਰਕਾਰਾਂ ਵੱਲੋਂ, ਜਾਂ ਜਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਇੰਨਾ ਕੁ ਜ਼ਿਆਦਾ ਵੱਧ ਗਿਆ ਹੈਗਾ ਕਿ ਸਮੇਂ-ਸਮੇਂ ਸਿਰ ਜਿਹੜੀਆਂ ਹੈਗੀਆਂ ਹਰ ਰੋਜ਼ ਖਬਰਾਂ ਆਉਂਦੀਆਂ ਹੈਗੀਆਂ ਨੇ ਕਿ ਗੈਂਗਸਟਰਾਂ ਵੱਲੋਂ ਲੁੱਟ ਖੋਹ ਕਰ ਲਈ ਗਈ ਹੈਗੀ ਹੈ। ਤਾਂ तमाम ਸਵਾਲ ਸਨ ਜਿਨ੍ਹਾਂ ਦੇ ਜਵਾਬ ਬਾਖੂਬੀ ਪੰਡਿਤ ਧਰੇਨਵਰ ਰਾਓ ਹੋਣਾ ਨੇ ਤੇ ਸੀਨੀਅਰ ਵਕੀਲ ਰਵਿੰਦਰ ਢੱਲ ਹੋਣਾ ਨੇ ਦਿੱਤੇ ਨੇ। ਤਾਂ ਇਸ ਇੰਟਰਵਿਊ ਦਾ ਮਕਸਦ ਵੀ ਇਹੀ ਸੀ। ਤਾਂ ਉਹਨਾਂ ਲੋਕਾਂ ਦੇ ਜੋ ਸਵਾਲ ਮਨਾਂ ਦੇ ਵਿੱਚ ਸਨ, ਤਾਂ ਉਹ ਇਸ ਇੰਟਰਵਿਊ ਦੇ ਵਿੱਚ ਸੁਣ ਕੇ ਉਹਨਾਂ ਨੂੰ ਜ਼ਰੂਰ ਮਿਲੇ ਹੋਣਗੇ, ਇਹੀ ਅਸੀਂ ਕਾਮਨਾ ਵੀ ਕਰਦੇ ਹਾਂ। ਪਰ ਵੱਡਾ ਸਵਾਲ ਸਰਕਾਰਾਂ ਲਈ ਇਹੀ ਹੈ ਕਿ ਗਨ ਕਲਚਰ ਸਿਰਫ ਇਸੇ ਨਾਲ ਹੀ ਨਹੀਂ ਖਤਮ ਹੋਵੇਗਾ। ਸਰਕਾਰਾਂ ਨੂੰ ਹੋਰ ਕਈ ਵੱਡੇ ਸਟੈਪ ਜਿਹੜੇ ਹਨ ਉਹ ਲੈਣੇ ਪੈਣਗੇ। ਵੀਡੀਓ ਜਰਨਲਿਸਟ ਹਰਜਿੰਦਰ ਤੇ ਰਜਤ ਦੇ ਨਾਲ ਜਗਬਾਣੀ ਸਟੂਡੀਓ ਤੋਂ ਵਰੁਣ ਭੱਟ।